ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਮੈਂ ਇੱਕ ਦਿਨ ਪੜ੍ਹ ਰਿਹਾ ਸੀ ਤੇ ਉਹਨਾਂ ਨੇ ਆਪਣੀ ਇੱਕ ਤੜਪਣਾ ਲਿਖੀ ਹੈ, ਤੜਪਣਾ ਕਿ ਮੇਰਾ ਹਿਰਦਾ ਕਿਤਨਾ ਤੜਪਿਆ ਹੋਇਆ ਹੈ। ਉਹ ਸਵਈਆ ਪੜ੍ਹ ਕੇ ਮੈਂ ਦੰਗ ਰਹਿ ਗਿਆ। ਭਾਈ ਸਾਹਿਬ ਭਾਈ ਗੁਰਦਾਸ ਜੀ ਆਪ ਕਹਿੰਦੇ ਨੇ ਕਿ ਅਗਨ ਜਰਤ ਜਲ ਬੂੜਤ ਸਰਪ ਗ੍ਰਸੇ ਸ਼ਸਤਰ ਅਨੇਕ ਰੋਮ ਰੋਮ ਕਰ ਘਾਤ ਹੈ। ਅਗਨ ਜਰਤ ਸਰੀਰ ਅੱਗ ਦੇ 'ਚ ਸੜ ਰਿਹਾ ਹੋਵੇ ਤੇ ਸੜਦਿਆਂ ਇਹ ਜਿਹੜਾ ਦੁੱਖ ਹੁੰਦਾ ਹੈ ਇਹਨੂੰ ਇਕੱਠਾ ਕਰੀਏ। ਜਲ ਬੂੜਤ ਗਹਿਰੇ ਪਾਣੀ ਦੇ 'ਚ ਕੋਈ ਗੋਤੇ ਖਾ ਰਿਹਾ ਹੋਵੇ ਤੇ ਗੋਤੇ ਖਾਂਦਿਆਂ ਹੋਇਆਂ ਡੁੱਬਦਿਆਂ ਹੋਇਆਂ ਜੋ ਮਾਨਸਿਕ ਤੇ ਸਰੀਰਕ ਪੀੜਾ ਆਉਂਦੀ ਹੈ ਇਹ ਵੀ ਇਕੱਠੀ ਕਰੀਏ। ਸਰਪ ਗ੍ਰਸੇ ਸੱਪ ਡੰਗ ਮਾਰ ਜਾਏ ਤੇ ਜ਼ਹਿਰ ਚੜਨੀ ਸ਼ੁਰੂ ਹੋ ਜਾਏ ਤੇ ਮੌਤ ਬੰਦਾ ਆਪਣੀ ਅੱਖਾਂ ਨਾਲ ਹੀ ਸਾਹਮਣੇ ਵੇਖੇ ਤੇ ਤੜਪੇ। ਭਾਈ ਜੀ ਕਹਿੰਦੇ ਨੇ ਇਹ ਪੀੜਾ ਵੀ ਇਕੱਠੀ ਕਰੀਏ। ਅਗਨ ਜਰਤ ਜਲ ਬੂੜਤ ਸਰਪ ਗ੍ਰਸੇ ਸ਼ਸਤਰ ਅਨੇਕ ਰੋਮ ਰੋਮ ਕਰ ਘਾਤ ਹੈ। ਅਨੇਕਾਂ ਤਰ੍ਹਾਂ ਦੇ ਸ਼ਸਤਰਾਂ ਦੇ ਨਾਲ ਰੋਮ ਰੋਮ ਜ਼ਖਮੀ ਹੋਵੇ, ਖੂਨ ਦੀ ਧਾਰਾ ਵਹਿ ਰਹੀ ਹੋਵੇ ਤੇ ਉਹ ਜਿਹੜੀ ਪੀੜਾ ਹੈ ਉਹ ਵੀ ਇਕੱਠੀ ਕਰੀਏ। ਬਿਰਥਾ ਅਨੇਕ ਅਪਦਾ ਅਧੀਨ ਦੀਨ ਗਤ ਗ੍ਰੀਖਮ ਔਰ ਸੀਤ ਬਰਖਮਾਏ ਨਿਸਪਰਾਤ ਹੈ। ਭਾਈ ਸਾਹਿਬ ਕਹਿੰਦੇ ਨੇ ਬਿਰਥਾ ਅਨੇਕ, ਲੋੜਾਂ ਅਨੇਕਾਵਨ ਤੇ ਪੂਰੀ ਇੱਕ ਵੀ ਨਾ ਹੋਵੇ। ਪਾਣੀ ਦੀ ਲੋੜ ਹੈ, ਪਾਣੀ ਕੋਈ ਨਹੀਂ। ਅੰਨ ਦੀ ਲੋੜ ਹੈ, ਅੰਨ ਨਹੀਂ ਹੈ। ਕੱਪੜੇ ਦੀ ਲੋੜ ਹੈ, ਕੱਪੜਾ ਨਹੀਂ ਹੈ। ਮਕਾਨ ਦੀ ਲੋੜ ਹੈ, ਮਕਾਨ ਨਹੀਂ ਹੈ। ਰੋਜ਼ਗਾਰ ਦੀ ਲੋੜ ਹੈ, ਰੋਜ਼ਗਾਰ ਨਹੀਂ ਹੈ। ਬਿਰਥਾ ਅਨੇਕ, ਅਨੇਕਾਂ ਤਰ੍ਹਾਂ ਦੀਆਂ ਲੋੜਾਂ ਨੇ ਤੇ ਪੂਰੀ ਇੱਕ ਵੀ ਨਹੀਂ। ਬਿਰਥਾ ਅਨੇਕ ਅਪਦਾ ਅਧੀਨ ਦੀਨਗਤ, ਤਰ੍ਹਾਂ ਤਰ੍ਹਾਂ ਦੇ ਸਰੀਰ ਦੇ ਚ ਰੋਗ ਹੋਵਨ, ਬਿਮਾਰੀਆਂ, ਲਾ ਇਲਾਜ ਰੋਗ, ਲਾ ਇਲਾਜ ਬਿਮਾਰੀਆਂ। ਗ੍ਰੀਖਮ ਔਰ ਸੀਤ ਬਰਖਮਾਏ ਨਿਸਪਰਾਤ ਹੈ। ਗਰਮੀ ਸਰਦੀ ਧੁੱਪ ਤੋਂ ਤੇ ਬਰਸਾਤ ਤੋਂ ਬਚਣ ਦਾ ਕੋਈ ਉਪਰਾਲਾ ਨਾ ਹੋਵੇ। ਸਰਦੀ ਦੇ ਸਰੀਰ ਠਿਠਰ ਰਿਹਾ ਹੋਵੇ, ਗਰਮੀ ਦੀ ਲੂ ਦੇ ਚ ਤਪ ਰਿਹਾ ਹੋਵੇ, ਬਾਰਿਸ਼ ਦੇ ਚ ਭਿੱਜ ਰਿਹਾ ਹੋਵੇ ਤੇ ਬਚਣ ਦਾ ਕੋਈ ਉਪਰਾਲਾ ਨਾ ਹੋਵੇ। ਇਹ ਪੀੜਾ ਵੀ ਇਕੱਠੀ ਕਰੀਏ। ਭਾਈ ਜੀ ਕਹਿੰਦੇ ਨੇ ਗਊ ਦਿਜ ਬਧੂ ਬੰਸ ਵਿਸਵਾਸ ਬਦ ਕੋਟ ਹਤਿਆ ਤ੍ਰਿਸ਼ਨਾ ਅਨੇਕ ਦੁੱਖ ਦੋਖ ਸਮਗਾਤ ਹੈ। ਅਨੇਕਾਂ ਤਰ੍ਹਾਂ ਦੀ ਤ੍ਰਿਸ਼ਨਾ ਕਰਕੇ ਮਨ ਵੀ ਪੀੜਾ ਦੇ ਚ ਹੋਵੇ ਤੇ ਮੇਰੇ ਖਿਆਲ ਹੁਣ ਐਸਾ ਕੋਈ ਦੁੱਖ ਰਹਿ ਨਹੀਂ ਗਿਆ ਜਿਹੜਾ 3 ਪੰਕਤੀਆਂ 'ਚ ਭਾਈ ਜੀ ਨੇ ਗਿਣਤੀ ਨਹੀਂ ਕਰ ਦਿੱਤੀ। ਤੇ ਭਾਈ ਸਾਹਿਬ ਹੁਣ ਚੌਥੀ ਪੰਕਤੀ 'ਚ ਕਹਿੰਦੇ ਨੇ ਅਨੇਕ ਪ੍ਰਕਾਰ ਜੋਰ ਸਗਲ ਸੰਸਾਰ ਸੋਧੇ। ਮੈਂ ਦੁਨੀਆ ਭਰ ਦੀਆਂ ਪਰੇਸ਼ਾਨੀਆਂ ਦੁੱਖ ਸੰਤਾਪ ਜੋੜ ਕੇ ਇਕੱਠੇ ਕਰਕੇ ਵੇਖ ਲਏ ਨੇ। ਅਨੇਕ ਪ੍ਰਕਾਰ ਜੋਰ ਸਗਲ ਸੰਸਾਰ ਸੋਧੇ ਪੀਆ ਕੇ ਵਿਛੋ ਪਲ ਇੱਕ ਨਾ ਪੁਜਾਤ। ਗੁਰੂ ਦੇ ਵਿਛੋੜੇ ਦਾ ਜੋ ਇੱਕ ਪਲ ਹੈ, ਪਰਮਾਤਮਾ ਦੇ ਵਿਛੋੜੇ ਦਾ ਜਿਹੜਾ ਇੱਕ ਪਲ ਹੈ, ਉਸ ਵਕਤ ਇਤਨੀ ਵਿਪਤਾ ਇਕੱਠੀ ਹੋ ਜਾਂਦੀ ਹੈ। ਇਹ ਜਿਹੜੀ ਸਾਰੀ ਸੁਣਾਈ ਹੈ ਭਾਈ ਜੀ, ਇਤਨਾ ਮੈਂ ਬੇਚੈਨ। ਗੁਰੂ ਅਰਜਨ ਦੇਵ ਜੀ ਮਹਾਰਾਜ ਇੱਕ ਘੜੀ ਨਾ ਮਿਲਤੇ ਤਾਂ ਕਲ ਜੁਗ ਹੋਤਾ ਹੁਣ ਕਦ ਮਿਲੀਏ ਪ੍ਰਿय ਤੁਧ ਭਗਵੰਤਾ। कल युग हो गया, प्रभु तेरा मिलाप ने। इतनी बेचैन, इतना परेशान। सतगुरुदेव जी महाराज ने उस मनुख की अवस्था बयान की थी है जिदा मन सोचण लग पिया, सोचता है ये खाना पीना ही जिंदगी है, ये जीवना ही जिंदगी है, नहीं इस तो अगे जाना। ते जैसे इस सोचने का जन्म आता है, मनुख जप आरंभ कर देंदा है ते उस तो अगे जाण की कोशिश करता है। भाई साहब भाई नंद लाल कहंदे ऐ गुरु बड़ी लंबी वाट मेरी, बड़ी मुश्किल नाल किधरे मन की बनतर बनी है। तन ते मेरे कोल पशुआं दे च भी सी, जद मैं पक्षी सी ते तन सी, जल मैं जल जंतु सी तां भी तन सी, पर मन ते हुण बने, सोचनी ते मैनू हुण मिली है। ते मनुख उस दिन मनुख होंदा है जिस दिन गुरु का ज्ञान होवे, उस तो पहले पशु है, गुस्ताखी माफ। मनुष्य उस दिन मनुष्य है जिस दिन उसके कोल धार्मिक ज्ञान होवे, उस तो पहले पशु है, मनुष्य नहीं है। अगर इस ढंग नाल मरदमशुमारी करिए तो हज़ारां ही कुछ होणगे मनुष्य ने, बाकी सब पशु। पुराने जमाने विच जंगलों विच बड़ा डर सी क्योंकि पशु सन, ते हुण शहरां विच डर हो गया क्योंकि पहले पशुआं दा डर सी, हुण बंदियां दा डर। हैरानगी है।
कि जब बंदा पशुओं की तरह जीण लग पाए तो बंदे तो डर लगेगा। बंदा ते ओ जिन्हों वेखिए तो खिड़ पईए, मनुख ते ओ जिन्हों वेखिए तो प्रसन्नता मिले, तो जिस बंदे नूं वेखदे ही डर लगे तो कहना पै गया सप है कि बंदा है, ये शेर है कि बंदा है, यह भगयाड़ है कि बंदा है। बिन सिमरन जैसे सर्प अरजारी, त्यों साकत जीवें नाम बिसारी। साहिब कहते हैं सिमरन तो बिना, धर्म तो बिना, कला तो बिना, ज्ञान तो बिना मनुख ऐसे जीवदा है जैसे सप है। डर लगेगा उसको। और हो सकता है सप का डंगिया होया बच भी जाए, बंदियां दे डंगे हुए तो कई दफा बचते भी कोई नहीं। इस डंग नाल डंग लैंदा, इस डंग नाल जो है डस लैंदा है। अगर मनुख डरा रहा है तो डर रहा है, मनुख मनुख नहीं है। कहत कबीर राम गुण गाओ, आप ना डरो ना अवर डराओ। ना हुण मैं किसी तो डरदा, ना ही मैं किसी नूं डरांदा, कोई मैं जानवर थोड़ी है किसी नूं डरावां। ते मैं हुण किसी तो डरदा भी नहीं। यह मेरी हालत बन गई, ये मेरी सोचनी बन गई मनुष्य। तो भाई साहब भाई नंद लाल कहते हैं बड़ी मुद्दत तो बाद इस मन की बनतर हुई है, दिमाग की बनतर हुई है, सोच मंडल की प्राप्ति हुई है। गुरु रहमत कर, बख्शिश कर, हुण इस सोच तो मैं अगे चला जावां। तन तो उच्चे उठे तो संसार की पकड़ हटी, मन तो उच्चे उठे तो फिर ज्ञान की पकड़ हटी। तो फिर की मिलिया? रब, परमात्मा, ईश्वर, अकाल पुरख। तुसी आखो ज्ञान बंधन भी है। देखो खाना पीना सुख है, खाना पीना दुख भी है। जितनी भुख है उतना खा लो, खाना पीना सुख है। तो भुख तो दुगना ही खा लो तो दुख है, फिर की है? बंधन ही पै गया। फिर ते रोग है। जिहड़ी चीज है स्वस्थ है वही बीमारी है। जो जहर है वो अमृत है, जो अमृत है वो जहर है। ज्ञान अमृत है, पर ज्ञान करके कोई हंकारी हो गया तो ज्ञान ही पकड़ के बैठ गया है, रुक गई गल। भाई जी कहते हे गुरु तन तो उच्चा उठिया मन तक पहुंचिया, ते हे गुरु गोबिंद सिंह जी महाराज मेहर कर, हुण मैं मन तो उच्चा उठा ते तेरे तक पहुंचा, तेरे विच जो है लीन होवां। अठे पैर तेरी याद मेरे मन दे चोवे। भाई साहब भाई नंद लाल दी ए मन। साहिब गुरु गोबिंद सिंह जी महाराज एक दिन प्रसन्न होए, समाप्ति सिर्फ अद्धे मिनट ते सिर ते मेहर भरिया हथ रखिया ते आखिया भाई जी साधना थोड़ी बड़ी लंबी है, सिमरन भी महान है ते सेवा भी महान है। लंगर भाई साहब भाई नंद लाल आप चलाते सी, उन्होंने घर दे चलदा सी। पिछों अफगानिस्तान दे सन ते अफगानिस्तान दे मेहमान नवाजी बड़ी प्रबल होंदी है। ते सतगुरु तक संगतां पहुंचन नंद लाल ने रस्ते च लंगर लाया, पहले उन्होंने सेवा कर लैंदा सी। और सिमरन दी मूर्ति सी। गुरुदेव दी प्रसन्नता दे पात्र बने ते सतगुरु ने कह दिता नंद लाल अज तू कुछ मंग, साडा दिल करदा तैनूं कुछ देईए। जिहदे नाल स्नेह होवे, जिहदे नाल प्यार हो जाए, उन्होंने कुछ देण दा जी करदा है, ते जिहदे नाल दुश्मनी होवे, नफरत होवे, उहदे कोल कुछ खोण दा जी करदा। खोलो इहदी जिंद, खोलो इहदी पग, खोलो इहदी इज्जत, खोलो इहदा सन्मान, खोलो। ते जिहदे नाल जो है स्नेह होवे, प्यार होवे, भी इहनूं इज्जत देईए, सन्मान देईए, सुख देईए। देना ते खोना इन्हां दो विपरीत दशावां दे उत्ते मुनस्सर है। सतगुरु कहण लगे तैनूं कुछ देण नूं जी करदा है, मंग। ते नंद लाल कहंदे पातशाह जद मैं इस दर ते आया सी ना, पहले पहले बड़ियां मंगां नाल मैं भरिया होया सी। इत्थे सेवा करदिआं सिमरन करदिआं हुण कोई मंग रही नहीं, ते अज आप कहंदे कुछ मंग लो। हुण मैं की मंगा? कोई मंग है ही नहीं। ते सतगुरु कहण लगे फिर मेरी खुशी यही है तैनूं कुछ देआं, इस वास्ते तू जरूर मंग, साडी खुशी नूं वेख। ते भाई जी दी मंग थोड़े सामने मैं रखा। या इलाही चश्मे बीना ए बिदे, ऐ गुरु मेहर कर, जे देना ही है तो वो अख दे जिहड़ी तैनूं वेख सके, बस होर कुछ नहीं। गुरु ग्रंथ साहब का प्रकाश है, गुरु कोई दिखाई देंदा है, गुस्ताखी माफ। गुरु नानक दिखाई दिता कईयां नूं, भूतना बेताला आखिया सी, कईयां ने पत्थर मारे सी। गुरु अर्जन देव गुरु दिखाई दिते, तत्ती तवी ते बिठा दिता कईयां ने, गरम गरम रेता शीशे च पा।
ਭਾਈ ਜੀ ਕਹਿੰਦੇ ਨੇ, ਯਾ ਇਲਾਹੀ ਚਸ਼ਮੇ ਬੀਨਾ ਏ ਬਿਦੇ, ਐ ਗੁਰੂ ਮਿਹਰ ਕਰ ਉਹ ਚਸ਼ਮ ਦੇ, ਉਹ ਅੱਖਾਂ ਦੇ ਜਿਹੜੀਆਂ ਤੈਨੂੰ ਵੇਖ ਸਕਣ। ਸ਼ਬਦ ਦੇ ਚੋਂ ਗੁਰੂ ਦੀ ਝਲਕ ਦਿਖਾਈ ਦੇਵੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚੋਂ ਅਕਾਲ ਪੁਰਖ ਦਾ ਰੂਪ ਦਿਖਾਈ ਦੇਵੇ। ਹਿੰਮਤ ਕਿਸ ਦੀ ਹੈ? ਸਤਿਗੁਰੂ ਦੀ ਹਜ਼ੂਰੀ 'ਚ ਝੂਠ ਬੋਲ ਜਾਏ, ਗਲਤ ਬਿਆਨੀ ਕਰ ਜਾਏ, ਬੇਅਦਬੀ ਕਰ ਜਾਏ, ਕਰ ਸਕੇਗਾ? ਨਹੀਂ ਦਿਖਾਈ ਦਿੰਦਾ। ਤੋ ਗਲਤ ਬਿਆਨੀ ਵੀ ਚੱਲ ਸਕਦੀ ਹੈ, ਗੁਸਤਾਖੀਆਂ ਵੀ ਚੱਲ ਸਕਦੀਆਂ, ਬੇਅਦਬੀਆਂ ਵੀ ਚੱਲ ਸਕਦੀਆਂ, ਕਿਉਂਕਿ ਨਹੀਂ ਦਿਖਾਈ ਦਿੰਦੇ। ਨੰਦ ਲਾਲ ਕਹਿੰਦੇ ਨੇ, ਗੁਰੂ ਰਹਿਮਤ ਕਰ ਮੈਂ ਤੈਨੂੰ ਵੇਖ ਸਕਾਂ। ਤੇ ਮੈਂ ਇਤਨੀ ਅਰਜ਼ ਕਰਾਂ, ਨੰਦ ਲਾਲ ਕੋਈ ਨੇਤਰਹੀਣ ਨਹੀਂ ਸੀ, ਅੰਧਾ ਨਹੀਂ ਸੀ, ਅੱਖਾਂ ਤਾਂ ਹੈਗੀਆਂ ਸਨ ਉਸਦੀ। ਉਹ ਕਿਹੜੀ ਅੱਖ ਪਿਆ ਮੰਗਦਾ? ਐ ਗੁਰੂ ਉਹ ਅੱਖ ਦੇ ਮੈਨੂੰ ਜਿਹੜੀ ਗੁਰੂ ਨੂੰ ਵੇਖ ਸਕੇ। ਜਗਤ ਨੂੰ ਤੇ ਵੇਖਦੀ ਪਈ ਹੈ, ਸੰਸਾਰ ਨੂੰ ਤੇ ਵੇਖਦੀ ਪਈ ਹੈ, ਤੇਰੇ ਤਨ ਨੂੰ ਵੀ ਵੇਖ ਰਹੀ ਹੈ। ਐ ਗੁਰੂ ਉਹ ਅੱਖ ਦੇ ਜਿਹੜੀ ਗੁਰੂ ਨੂੰ ਵੇਖੇ। ਤੇ ਗੁਰੂ ਗਿਆਨ ਹੈ, ਗੁਰੂ ਜੋਤ ਹੈ, ਗੁਰੂ ਫਿਲਸਫਾ ਹੈ, ਗੁਰੂ ਵਿਚਾਰ ਹੈ, ਗੁਰੂ ਪਰਮ ਜੋਤੀ ਹੈ। ਐ ਮੇਰੇ ਪਾਤਸ਼ਾਹ ਮਿਹਰ ਕਰ ਮੈਂ ਉਸ ਜੋਤ ਨੂੰ ਵੇਖ ਸਕਾਂ ਜੋ ਤੁਹਾਡੇ ਵਿੱਚ ਉਜਾਗਰ ਹੈ। ਉਹ ਅੱਖਾਂ ਦੇ ਮੈਨੂੰ। ਇੱਥੇ ਆ ਕੇ ਨੰਦ ਲਾਲ ਦੀ ਤਰ੍ਹਾਂ ਜੋਦੜੀ ਕਰਨੀ ਹੈ। ਪਾਤਸ਼ਾਹ ਕੀਰਤਨ ਸੁਣਦਿਆਂ ਹੋਇਆਂ ਸਾਡੀ ਅੱਖ ਖੋਲ, ਕਥਾ ਸੁਣਦਿਆਂ ਹੋਇਆਂ ਸਾਡੀ ਅੱਖ ਖੋਲ, ਤਾਂ ਕਿ ਸ਼ਬਦ ਦੀ ਇੱਕ ਇੱਕ ਪੰਕਤੀ ਵਿੱਚ ਤੇਰਾ ਜਲਵਾ ਦਿਖਾਈ ਦੇਵੇ, ਤੇਰਾ ਨੂਰ ਦਿਖਾਈ ਦੇਵੇ, ਤੇਰਾ ਚਾਨਣਾ ਦਿਖਾਈ ਦੇਵੇ। ਇੰਨੇ ਹੀ ਬਚਨ ਇਸ ਵਕਤ ਪ੍ਰਵਾਨ ਕਰਨੇ। ਸਮੇਂ ਦੀ ਬੰਦਿਸ਼ ਨੂੰ ਮੁੱਖ ਰੱਖਦਿਆਂ ਹੋਇਆਂ ਇੱਥੇ ਸਮਾਪਤੀ। ਅਗਲਾ ਪ੍ਰੋਗਰਾਮ ਆਪ ਪ੍ਰਬੰਧਕਾਂ ਪਾਸੋਂ ਸਰਵਨ ਕਰੋ। ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। मुँह कुचरे शास्त्र खट पिंज गिरन चढ़ जाए, अंदुलखे बधरो सुने जो काल कृपा कराए। सम्मान योग ਸਨਿਮਰ ਤੇ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਮ ਧਨਵਨ ਆਗਤ ਸਚ ਨਾਇ, ਹਰ ਗੁਣ ਆਵੇ ਤੈ ਸੁਭਾਇ। ਪ੍ਰਮਾਨ ਅਸੀਂ ਧਨਵਾਨ ਹਾਂ, ਭਾਗਾਂ ਵਾਲੇ ਹਾਂ, ਮਹਾਨ ਹਾਂ। ਕਿਉਂ? ਹਰੀ ਦੇ ਗੁਣ ਅਡੋਲ ਅਵਸਥਾ ਵਿੱਚ ਗਾ ਰਹੇ ਹਾਂ ਤੇ ਇੱਕ ਮਹਾਨ ਖਜ਼ਾਨੇ ਦੀ ਪ੍ਰਾਪਤੀ ਹੋਈ ਹੈ। ਕਹਿੰਦੇ ਧਨ ਦੀ ਇੱਛਾ ਵੀ ਦਰਅਸਲ ਪਰਮ ਧਨ ਦੀ ਇੱਛਾ ਹੈ। ਪਦ ਪ੍ਰਤਿਸ਼ਠਾ ਦੀ ਮੰਗ ਵੀ ਦਰਅਸਲ ਪਰਮ ਪਦ ਦੀ ਮੰਗ ਹੈ। ਜਿਤਨੇ ਚਿਰ ਤੱਕ ਪਰਮ ਪਦ ਮਿਲ ਨਾ ਜਾਏ, ਛੋਟੇ ਛੋਟੇ ਜਿਹੜੇ ਪਦ ਆਉਦੇ ਨੇ ਇਹ ਬੰਦੇ ਨੂੰ ਸੰਤੁਸ਼ਟ ਨਹੀਂ ਕਰਦੇ। ਤੇ ਜਿਤਨੇ ਚਿਰ ਤੱਕ ਪਰਮ ਧਨ ਨਾ ਮਿਲੇ, ਉਤਨੇ ਚਿਰ ਤੱਕ ਸੰਸਾਰ ਦਾ ਕਿੰਨਾ ਕਿ ਧਨ ਕਿਉਂ ਨਾ ਮਿਲ ਜਾਏ, ਸਕੂਨ ਨਹੀਂ ਮਿਲਦਾ। ਤੋ ਉਹ ਪਰਮ ਧਨ ਕੀ ਹੈ? ਜਿਲ ਦੇ ਮਿਲਦਿਆਂ ਤ੍ਰਿਪਤੀ ਹੁੰਦੀ ਹੈ। ਤੇ ਉਹ ਪਰਮ ਪਦ ਕੀ ਹੈ? ਜਿਸ ਦੀ ਪ੍ਰਾਪਤੀ ਤੋਂ ਬਾਅਦ ਫਿਰ ਕੋਈ ਇੱਛਾ ਹੀ ਨਹੀਂ ਰਹਿੰਦੀ। ਅਗਰ ਅਜੇ ਵੀ ਕੁਛ ਬਣਨ ਦੀ ਤੇ ਕੁਛ ਹੋਣ ਦੀ ਇੱਛਾ ਬਾਕੀ ਹੈ, ਤਾਂ ਸਮਝ ਲੈਣਾ ਚਾਹੀਦਾ ਹੈ ਉਹ ਅਸਥਾਨ ਨਹੀਂ ਮਿਲਿਆ ਜੋ ਕਿ ਮਿਲਣਾ ਚਾਹੀਦਾ ਸੀ। ਇੱਛਾ ਹੀ ਦੱਸਦੀ ਪਈ। ਪਰਮ ਪਦ ਤੋਂ ਬਾਅਦ ਕੋਈ ਇੱਛਾ ਰਹਿੰਦੀ ਨਹੀਂ, ਉਹ ਸਿਖਰ ਹੈ, ਬੁਲੰਦੀ ਹੈ। ਤੇ ਪਰਮ ਧਨ ਮਿਲਦਿਆਂ ਕੋਈ ਭੁੱਖ ਰਹਿੰਦੀ ਨਹੀਂ, ਪਰਮ ਤ੍ਰਿਪਤੀ ਹੈ। ਅਗਰ ਅਜੇ ਵੀ ਕੋਈ ਮੰਗ ਹੈ ਤਾਂ ਪਰਮ ਪਦ ਨਹੀਂ ਮਿਲਿਆ। ਅਜੇ ਵੀ ਕੋਈ ਪ੍ਰਾਣਾਂ 'ਚ ਪਿਆਸ ਹੈ ਤਾਂ ਪਰਮ ਧਨ ਨਹੀਂ ਮਿਲਿਆ।
ਇਹ ਪਿਆਸ ਬੜੇ ਬੜੇ ਧਨਵਾਨਾਂ ਦੇ ਵਿੱਚ ਵੀ ਆਉਂਦੀ ਹੈ ਕਿ ਕੁਝ ਹੋਰ ਮਿਲੇ, ਹੋਰ ਮਿਲੇ। ਹੋਰ ਮਿਲਣ ਦੀ ਇੱਛਾ ਇਸ ਗੱਲ ਦਾ ਸਬੂਤ ਹੈ ਕਿ ਅਜੇ ਉਹ ਨਹੀਂ ਮਿਲਿਆ ਜਿਹਦੇ ਮਿਲਦਿਆਂ ਹੀ ਤ੍ਰਿਪਤੀ ਹੈ। ਅਜੇ ਉਹ ਨਹੀਂ ਮਿਲਿਆ ਜਿਸ ਦੇ ਅੱਗੇ ਹੋਰ ਕੁਝ ਵੀ ਨਹੀਂ ਹੈ। ਲੇਕਿਨ ਇਹ ਇੱਛਾ, ਇਹ ਮੰਗ, ਇਹ ਤੜਪ ਦੱਸਦੀ ਹੈ ਕਿ ਮਨੁੱਖ ਪਰਮ ਪਦ ਪ੍ਰਾਪਤ ਕਰਨਾ ਚਾਹੁੰਦਾ ਹੈ। ਤੋ ਪਰਮ ਪਦ ਦਾ ਪਤਾ ਵੀ ਕੋਈ ਨਹੀਂ ਤੇ ਪ੍ਰਾਪਤੀ ਦੇ ਢੰਗ ਦਾ ਵੀ ਪਤਾ ਕੋਈ ਨਹੀਂ। ਇਸ ਵਾਸਤੇ ਪਦ ਪ੍ਰਤਿਸ਼ਠਾ ਚਾਹੀਦੀ ਹੈ। ਮਨੁੱਖ ਦੇ ਅੰਦਰ ਇਹ ਪਦ ਪ੍ਰਤਿਸ਼ਠਾ ਦੀ ਭੁੱਖ ਨੇ ਰਾਜਨੀਤਿਕ ਲੋਕਾਂ ਨੂੰ ਜਨਮ ਦਿੱਤਾ, ਚੌਧਰੀਆਂ ਨੂੰ ਜਨਮ ਦਿੱਤਾ ਜੋ ਥਾਂ ਥਾਂ ਤੇ ਅਹੁਦੇ ਦੀ ਭੁੱਖ ਰੱਖਦੇ ਨੇ। ਔਰ ਇਸੇ ਤਰੀਕੇ ਨਾਲ ਮਨੁੱਖ ਦੀ ਤ੍ਰਿਸ਼ਨਾ ਹੀ ਦੱਸਦੀ ਹੈ ਕਿ ਕੋਈ ਖਾਸ ਧਨ ਐਸਾ ਚਾਹੀਦਾ ਜਿਹਦੇ 'ਚ ਰਜੇਵਾਂ ਹੋਵੇ, ਤ੍ਰਿਪਤੀ ਹੋਵੇ। ਤੋ ਜਨਮ ਦੇ ਨਾਲ ਇਹ ਪਿਆਸ ਚੱਲਦੀ ਹੈ ਤੇ ਮਰਨ ਤੱਕ ਵੀ ਅਗਰ ਇਹ ਪਿਆਸ ਕਾਇਮ ਹੈ तो समझ लो जिंदगी निष्फल चली गई, बर्बाद चली गई। जन्म दे नाल अहुदे दी भुख, पद दी भुख जन्म लैंदी है। अगर मरण तक भी बनी हुई है तो समझ लो कोई परम पद नहीं मिले। गल जिहड़ी है वो इतनी है। तो परम पद की है ते परम धन की है। ਆਪਾਂ ਅੱਜ ਤੇ ਥੋੜੀ ਜਿਹੀ ਇਸ ਦੇ ਹੀ ਵਿਚਾਰ ਕਰਾਂਗੇ ਤੇ ਪਰਮ ਪਦ ਕਿਵੇਂ ਪ੍ਰਾਪਤ ਹੋਵੇਗਾ ਤੇ ਪਰਮ ਧਨ ਦੀ ਕਿਵੇਂ ਪ੍ਰਾਪਤੀ ਹੋਵੇ। ਧਨ ਕਿਵੇਂ ਮਿਲਦਾ ਹੈ ਇਹ ਸਾਨੂੰ ਪਤਾ ਹੈ, ਲੇਕਿਨ ਧਨ ਵਿੱਚ ਤ੍ਰਿਪਤੀ ਨਹੀਂ, ਤ੍ਰਿਸ਼ਨਾ ਬਣੀ ਰਹਿੰਦੀ ਹੈ, ਭੁੱਖ ਬਣੀ ਰਹਿੰਦੀ ਹੈ। ਤੇ ਅਹੁਦੇ ਕਿਵੇਂ ਮਿਲਦੇ ਨੇ ਇਹ ਹਰ ਇੱਕ ਨੂੰ ਪਤਾ ਹੈ। दुनिया भर दे चौधरियां नूं पता है कि चौधरपणे नूं किवें कायम रखना है ते इह किवें प्राप्त करी दी है। दाव पेच वो सारे जानदे। ਇਹ ਗੱਲ ਵੱਖਰੀ ਹੈ ਕਿ ਕੋਈ इन्हां दाव पेचां नूं वरतों दे च लिआंदा, कोई नहीं लिआंदा, लेकिन पद प्रतिष्ठा दी भुख जरूर है हर एक दे अंदर। लेकिन जिहड़ी पद की भुख है, अध्यात्मवादी कहते ने परम पद की भुख है ते परम पद का पता कोई नहीं। धन की जिहड़ी तृष्णा है, दरअसल ये परम धन की तृष्णा है ते परम धन का बंदे नूं पता कोई नहीं। सतसंग का इस वास्ते जन्म होया कि मनुख नूं जानकारी हासिल हो सके परम धन की है ते परम पद की है। बस इन्नी गल है और कोई लंबी चौड़ी गल नहीं। ते जे गुरुद्वारे आके भी परम धन का पता नहीं चलिया ते परम पद का नहीं पता चलिया ते झूठी पद प्रतिष्ठा के चक्कर दे पै के मनुख समा बर्बाद पिया करता है। तो एक गल स्पष्ट हो गई कि इनू अजे गुरुद्वारे आउण का भी नहीं पता। इत्थे आके परम पद की समझ लैनी और इत्थे आके परम धन की समझ लैनी है। पद प्रतिष्ठा बाहरों मिलेगी, परम पद अंदरों मिलेगा। धन बाहरों मिलेगा, परम धन अंदरों मिलेगा। तो बाहर लभण की जांच बंदे नूं आ गई है, अंदरों लभण की जांच बंदे नूं नहीं आई। काया दे विच भी बहुत कुछ पिया है। भगत पीपा जी कहते ने काया बहुखंड खोजते नौ निध पाई, ना कछ आए बो ना कछ जाए बो राम की दुहाई। ये जिहड़ी बहुखंडां वाली काया है, 6 चक्रां वाली, 5 कोशां वाली, एक एक कोश दी आपां फिर विचार करांगे ते एक एक चक्कर दी भी। ਇਹਦੇ 'ਚ 6 ਚੱਕਰ ਨੇ, ਇਹਦੇ 'ਚ 5 ਕੋਸ਼ ਨੇ। तो 5 कोश ते 6 ਚੱਕਰ बहुत सारे खंड हो गए, बहुत सारे हिस्से हो गए। काया बहु खंड ਜਿਹਦੇ बहुत सारे खंड ने, ਜਿਹਦੇ बहुत सारे हिस्से ने। जीवन एक महल है ਜਿਹਦੇ 'ਚ कई तरह के कमरे ने। लेकिन बदकिस्मती है जीवन का महल सानू मिलिया
ਪਰ ਇਸ ਮਹਿਲ ਦੇ ਅੰਦਰ ਪ੍ਰਵੇਸ਼ ਕਦੇ ਨਹੀਂ ਕੀਤਾ, ਬਾਹਰ ਹੀ ਰਹੇ ਹਾਂ। ਇਸ ਵਾਸਤੇ ਇਸ ਮਹਿਲ ਦੇ ਅੰਦਰ ਜੋ ਕੁਝ ਹੈ ਇਹਦਾ ਸਾਨੂੰ ਨਹੀਂ ਪਤਾ। ਮਹਿਲ ਦੇ ਬਾਹਰ ਹੀ ਰਹੇ ਹਾਂ, ਬੂਹੇ ਤੇ ਹੀ ਰਹੇ ਹਾਂ, ਅੰਦਰ ਨਹੀਂ ਪ੍ਰਵੇਸ਼ ਕੀਤਾ। ਲੇਕਿਨ ਮਹਿਲ ਇਹ ਸਾਰਿਆਂ ਨੂੰ ਮਿਲਿਆ। ਇਹ ਜੀਵਨ, ਇਸ ਜੀਵਨ ਦੇ ਅੰਦਰ ਪਰਮ ਜੀਵਨ, ਇਹ ਜੀਵਨ ਇਸ ਦੇ ਅੰਦਰ ਪਰਮ ਧਨ, ਇਹ ਜੀਵਨ ਇਸ ਦੇ ਅੰਦਰ ਹੀ ਪਰਮ ਪਦ। ਲੇਕਿਨ ਅੰਦਰ ਕਦੀ ਪ੍ਰਵੇਸ਼ ਨਹੀਂ ਕੀਤਾ, ਅੰਦਰ ਕਦੀ ਗਏ ਨਹੀਂ। ਕਿਸੇ ਮਨੁੱਖ ਨੂੰ ਕੋਈ ਨਹੀਂ ਪਤਾ ਕਿ ਅੰਦਰ ਕੀ ਹੈ। ਤੇ ਜਦ ਵੀ ਕਿਸੇ ਨੂੰ ਪਰਮ ਧਨ ਲੱਭਿਆ ਹੈ, ਪਰਮ ਪਦ ਲੱਭਿਆ ਹੈ, ਪਰਮ ਜੀਵਨ ਲੱਭਿਆ ਹੈ, ਅੰਦਰੋਂ ਹੀ ਲੱਭਿਆ। ਤੇ ਵਿਸ਼ਵਾਸ ਨਹੀਂ ਬੱਝੇਗਾ ਇਸ ਹਾਰਡ ਮਾਸ ਨਾੜੀ ਦੇ ਪਿੰਜਰ ਦੇ ਅੰਦਰ। ਕੁਝ ਇਸ ਤਰ੍ਹਾਂ ਦਾ ਵੀ ਸਿਲਸਿਲਾ ਹੈ, ਇਸ ਤਰ੍ਹਾਂ ਦਾ ਹੈ। ਬਾਣੀ ਕਹਿ ਰਹੀ ਹੈ, ਹਰੀ ਮੰਦਰ ਇਹੋ ਸਰੀਰ ਹੈ, ਤਿਸ ਵਿੱਚ ਸੱਚੇ ਕਾ ਵਾਸਾ। ਇਹ ਤੇ ਹਰੀ ਦਾ ਮੰਦਰ ਹੈ, ਸੱਚ ਇਹਦੇ ਵਿੱਚ ਵਿਰਾਜਮਾਨ ਹੈ, ਪਰ ਇਸ ਮੰਦਰ ਦੇ ਵਿੱਚ ਕਦੀ ਪ੍ਰਵੇਸ਼ ਨਹੀਂ ਕੀਤਾ। ਇਸ ਮੰਦਰ ਦੇ ਅੰਦਰ ਕਦੀ ਝਾਤ ਨਹੀਂ ਮਾਰੀ। ਬਾਹਰ ਹੀ ਉਲਝੇ ਰਹੇ, ਬਾਹਰ ਹੀ ਝਗੜਦੇ ਰਹੇ, ਬਾਹਰ ਹੀ ਭੱਜ ਦੌੜ ਰਹੀ। ਇਸ ਵਾਸਤੇ ਬਾਹਰ ਦੀ ਭੱਜ ਦੌੜ ਨੇ ਥਕਾਇਆ ਤੇ ਬਹੁਤ, ਤੇ ਪ੍ਰਾਪਤ ਕੁਛ ਨਾ ਹੋਇਆ। ਬਾਹਰ ਦੀ ਭੱਜ ਦੌੜ ਨੇ ਬੇਜ਼ਾਰ ਤੇ ਬੜਾ ਕੀਤਾ, ਲੇਕਿਨ ਲਬਦ ਕੁਛ ਵੀ ਨਹੀਂ ਹੋਈ। ਤਾਂ ਮੈਂ ਅਰਜ਼ ਕਰਾਂ, ਪਰਮ ਪਦ ਉਹ ਉੱਚਾ ਸਿੰਘਾਸਣ ਅੰਦਰ ਹੈ, ਜਿਸ ਤੇ ਬੈਠ ਕੇ ਕੋਈ ਲਾ ਨਹੀਂ ਸਕਦਾ। ਅਬ ਤੋ ਜਾਏ ਚढ़े ਸਿੰਘਾਸਨ, मिले हैं सारंग पानी। राम कबीरा एक भय है, कोई न सके पछाने। कबीर कहते मैं हूँ उस ਸਿੰਘਾਸਣ ਤੇ ਜਾ ਬੈਠਾ, ਜਿਹੜਾ ਸਿੰਘਾਸਣ ਰਾਮ ਦਾ ਹੈ। ਬਾਹਰੋਂ ਸੰਘਰਸ਼ ਕਰਾਂਗੇ, ਲੜਾਂਗੇ, ਝਗੜਾਂਗੇ, ਕਿਸੇ ਦੀ ਕੁਰਸੀ ਖੋਵਾਂਗੇ, ਤੇ ਜਿਹਦੀ ਖੋਵਾਂਗੇ ਉਹਨੂੰ ਪਰੇ ਥੱਲੇ ਗਿਰਾਵਾਂਗੇ ਤਾਂ ਹੀ ਪ੍ਰਾਪਤ ਹੋਵੇਗੀ। ਰਾਮ ਦਾ ਸਿੰਘਾਸਣ ਇਤਨਾ ਵੱਡਾ ਹੈ, ਇਤਨਾ ਵੱਡਾ ਹੈ, ਜਿਸ ਦਿਨ ਪ੍ਰਾਪਤ ਹੁੰਦਾ ਹੈ ਤਾਂ ਕਿਸੇ ਨੂੰ ਪੈਰਾਂ ਥੱਲੇ ਲਿਤਾੜ ਕੇ ਨਹੀਂ। इतनी गल स्पष्ट है। अब तो जाए चढ़े ਸਿੰਘਾਸਨ, मिले हैं सारंग पानी। ਤੇ ਹਰ ਬੰਦੇ ਦੇ ਅੰਦਰ ਪਤਾ ਜਿਹੜੀ ਸਿੰਘਾਸਣ ਦੀ ਭੁੱਖ ਹੈ ਨਾ, ਭਗਤ ਲੋਕ ਕਹਿੰਦੇ ਨੇ ਇਹ ਜਿਹੜੀ ਭੁੱਖ ਹੈ ਇਹ ਠੀਕ ਹੈ ਇੱਕ ਐਸਾ ਸਿੰਘਾਸਨ ਜਿਸ ਤੇ ਬੈਠ ਕੇ ਕੋਈ ਲਾ ਨਹੀਂ ਸਕਦਾ, ਪਰ ਉਸ ਸਿੰਘਾਸਣ ਦਾ ਪਤਾ ਨਹੀਂ। ਇਸ ਵਾਸਤੇ ਬੰਦਾ ਬਾਹਰ ਹੀ ਉਲਝਿਆ ਰਹਿੰਦਾ ਹੈ। ਲੱਭੋ ਸਿੰਘਾਸਣ, ਲੱਭੋ ਕੁਰਸੀ। ਐਸਾ ਧਨ ਵੀ ਹੈ ਜਿਹਨੂੰ ਚੋਰ ਚੁਰਾ ਨਹੀਂ ਸਕਦਾ, ਅੱਗ ਸਾੜ ਨਹੀਂ ਸਕਦੀ। ਜਲ ਨਹੀਂ ਡੂਬੇ ਤਸ ਕਰ ਨਹੀਂ ਲੇਵੇ, ਭਾਏ ਨਾ ਸਾਕੇ ਜਾਲੇ। ਜਲ ਡੋਬਦਾ ਨਹੀਂ, ਅੱਗ ਸਾੜਦੀ ਨਹੀਂ, ਚੋਰ ਚੁਰਾਂਦਾ ਨਹੀਂ। ਹੈ ਐਸਾ ਧਨ। ਬਾਹਰੋਂ ਜੋ ਵੀ ਧਨ ਮਿਲੇਗਾ ਚੋਰੀ ਹੋਣ ਜਾਣ ਦਾ ਡਰ ਰਹੇਗਾ, ਅੱਗ ਦੇ ਸੜ ਜਾਣ ਦਾ ਵੀ ਡਰ ਰਹੇਗਾ, ਜਲ ਦੇ ਚ ਡੁੱਬ ਜਾਣ ਦਾ ਵੀ ਡਰ ਰਹੇਗਾ। ਮੈਂ ਤੇ ਸਾਰ ਕਿਤਾਬਲੀ ਦੇ ਚ ਇੱਕ ਬਚਨ ਪੜ੍ਹਿਆ, ਉਹਦੇ ਚ ਲਿਖਿਆ ਧਨ ਕੇ ਭਾਗੀ ਚਾਰ ਹੈ, ਧਰਮ ਚੋਰ ਨਿਰਪਆਗ। ਬਾਹਰ ਦਾ ਜਿਹੜਾ ਧਨ ਹੈ ਬੰਦੇ ਕੋਲ, ਜਿਸ ਢੰਗ ਨਾਲ ਕੋਈ ਇਕੱਤਰ ਕਰਦਾ ਹੈ, ਉਹਦੇ ਭਾਗੀਦਾਰ ਚਾਰ ਬਣਦੇ ਨੇ, ਧਰਮ ਚੋਰ ਨਿਰਪਆਗ। ਜੋ ਸਾਡੇ ਕੋਲ ਬਾਹਰ ਦੀ ਸੰਪਦਾ ਹੈ, ਜੋ ਸਰੀਰਕ ਮਿਹਨਤ ਨਾਲ ਅਸੀਂ ਇਕੱਤਰ ਕਰਦੇ ਹਾਂ, ਗੁਰਦੇਵ ਨੇ ਇੱਕ ਨਿਯਮ ਬਣਾ ਦਿੱਤਾ, ਇਹਦੇ 'ਚ 10ਵਾਂ ਹਿੱਸਾ ਤੇਰਾ ਨਹੀਂ, ਉਹ ਧਰਮ ਦਾ, ਉਹ ਤੇਰਾ ਨਹੀਂ। ਉਹ ਧਰਮ ਦੀ ਤਾਮੀਰ ਵਾਸਤੇ ਖਰਚ ਕਰ, ਉਹ ਧਰਮ ਮੰਦਰਾਂ ਦੀ ਉਸਾਰੀ ਵਾਸਤੇ ਖਰਚ ਕਰ, ਲੋਕਾਂ ਤੱਕ ਧਰਮ ਪਹੁੰਚ ਸਕੇ ਇਸ ਦੇ ਉੱਤੇ ਖਰਚ ਕਰ। ਇਸ ਵਾਸਤੇ ਦਸਵੰਧ ਦੀ ਪ੍ਰਥਾ ਚਲਾ ਦਿੱਤੀ, ਔਰ ਇਹ ਹਰ ਧਰਮ ਦੇ ਵਿੱਚ ਹੈ, ਕਿਸੇ ਨਾ ਕਿਸੇ ਰੂਪ ਵਿੱਚ। ਕਿੰਨਾ ਕੁ ਹਿੱਸਾ ਦੇਣਾ ਹੈ, ਇਹ ਨਿਸ਼ਚਿਤ ਗੱਲ ਇਸਲਾਮ ਨੇ, ਹਿੰਦੂ ਧਰਮ ਨੇ ਨਹੀਂ ਕੀਤੀ।
ਲੇਕਿਨ ਜਿਹੜੇ ਬ੍ਰਾਹਮਣ ਦੇ 6 ਕਰਮ ਮੰਨੇ ਗਏ ਨਾ, ਤੇ ਬ੍ਰਾਹਮਣ ਹਿੰਦੁਸਤਾਨ ਦੇ ਵਿੱਚ ਹਮੇਸ਼ਾ ਸਿਰਮੌਰ ਰਿਹਾ, ਤੇ ਸਿਰਮੌਰ ਆਪਣੇ ਆਪ ਨੂੰ ਮੰਨਦਾ ਰਿਹਾ। ਉਹਦੇ 6 ਕਰਮ ਨੇ। ਯੱਗ ਕਰਨਾ, ਯੱਗ ਕਰਾਣਾ, ਵੇਦ ਪੜ੍ਹਨੇ, ਵੇਦ ਪੜ੍ਹਾਣੇ, ਦਾਨ ਲੈਣਾ, ਦਾਨ ਦੇਣਾ। ਇਹ 6 ਕਰਮ ਨੇ ਬ੍ਰਾਹਮਣ ਦੇ। ਖੱਟ ਕਰਮ ਇਹਨੂੰ ਕਹਿੰਦੇ ਨੇ। ਤੇ ਜਿਹੜਾ ਇਹ 6 ਕਰਮਾਂ ਦੇ ਵਿੱਚ ਨਿਪੁੰਨ ਹੈ ਤੇ ਕਰ ਰਿਹਾ, ਉਹਨੂੰ ਬ੍ਰਾਹਮਣ ਮੰਨਦੇ ਨੇ, ਦੂਜੇ ਨੂੰ ਨਹੀਂ ਮੰਨਦੇ। ਲੇਕਿਨ ਕਿੰਨਾ ਕੁ ਦਾਨ ਦੇਣਾ ਹੈ, ਕੋਈ ਨਿਸ਼ਚਿਤ ਨਹੀਂ। ਇਸਲਾਮ ਦੇ ਵਿੱਚ ਕੋਈ ਨਿਸ਼ਚਿਤ ਨਹੀਂ ਹੈ। ਈਸਾਈਆਂ ਦੇ ਵਿੱਚ ਵੀ ਯਕੀਨ ਜਾਣੋ ਕੋਈ ਨਿਸ਼ਚਿਤ ਨਹੀਂ ਹੈ। ਗੁਰੂ ਘਰ ਦੇ ਵਿੱਚ ਨਿਸ਼ਚਿਤ ਹੈ ਕਿ ਜੋ ਦਸਵੰਧ ਹੈ ਇਹ ਤੇਰਾ ਨਹੀਂ, ਇਹ ਗੁਰੂ ਦਾ। ਤੇ ਜੇ ਤੂੰ ਧਰਮ ਖਾਤੇ ਖਰਚ ਨਾ ਕੀਤਾ ਤਾਂ ਚੋਰ ਲੈ ਜਾਏਗਾ। ਕੋਈ ਰਾਜਾ ਖੋ ਲਏਗਾ ਜਾਂ ਅੱਗ ਦੀ ਭੇਟ ਹੋ ਜਾਏਗਾ, ਨਾਸ ਹੋ ਜਾਏਗਾ ਕਿਸੇ ਨਾ ਕਿਸੇ ਤਰੀਕੇ ਨਾਲ। ਧਨ ਕੇ ਭਾਗੀ 4 ਹੈ, ਧਰਮ, ਚੋਰ, ਨਿਰਪ, ਆਗ। ਦਸਮ ਗ੍ਰੰਥ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੰਝ ਲਿਖਿਆ ਹੈ, ਜੋ ਬਾਬੇ ਕੇ ਦਾਮ ਨ ਦੈ ਹੈ, ਤਿਨ ਤੇ ਗਹਿ ਬਾਬਰ ਕੇ ਲੈ। ਜੋ ਦਸਵੰਧ ਪ੍ਰਮਾਤਮਾ ਦੇ ਨਿਮਿਤ ਨਹੀਂ ਖਰਚ ਕਰਦੇ, ਉਹਨਾਂ ਕੋਲ ਬਾਬਰ ਖੋ ਲੈਂਦਾ, ਬਾਦਸ਼ਾਹ ਖੋ ਲੈਂਦਾ, ਚੋਰ ਖੋ ਲੈਂਦਾ, ਅੱਗ ਖੋ ਲੈਂਦੀ ਹੈ, ਪਾਣੀ ਡੋਬ ਕੇ ਖੋ ਲਏਗਾ। ਤੋ ਦਸਵੰਧ ਜੇ ਕਿਸੇ ਨੇ ਰੱਖ ਲਿਆ ਆਪਣੇ ਕੋਲ, ਤੇ ਸਮਝ ਲਓ ਨੇ ਗੁਰੂ ਦਾ ਧਨ ਰੱਖ ਲਿਆ। ਸਿਰਫ ਇਹ ਹੀ ਨਹੀਂ ਕਿ ਜੋ ਗੋਲਕ ਤੇ ਹੱਥ ਮਾਰ ਕੇ ਧਨ ਕੱਢ ਲੈਂਦੇ ਨੇ ਤੇ ਅਸੀਂ ਉਹਨਾਂ ਨੂੰ ਚੋਰ ਕਹਿੰਦੇ ਆ, ਉਹ ਵੀ ਗੁਰੂ ਕੇ ਚੋਰ ਹੋ ਜਾਂਦੇ ਨੇ ਜੋ ਦਸਵੰਧ ਰੱਖ ਲੈਂਦੇ। ਗੁਰੂ ਘਰ ਦੀ ਇਹ ਮਰਿਆਦਾ, ਦਸਵੰਧ ਤੇਰਾ ਨਹੀਂ ਹੈ, ਇਹ ਗੁਰੂ ਦਾ ਹੈ। ਇਹ ਧਰਮ ਮੰਦਰਾਂ ਦੀ ਤਾਮੀਰ ਤੇ ਖਰਚ ਹੋਵੇ, ਇਹ ਪੰਗਤ ਤੇ ਖਰਚ ਹੋਵੇ, ਲੰਗਰ ਚੱਲੋ, ਇਹ ਧਰਮ ਪ੍ਰਚਾਰ ਤੇ ਖਰਚ ਹੋਵੇ। ਦਸਵੰਧ ਤੇਰਾ ਨਹੀਂ। ਔਰ ਐਸਾ ਵੀ ਮੈਂ ਅਭਿਆਸੀ ਪੁਰਸ਼ਾਂ ਤੋਂ ਸੁਣਿਆ ਹੈ, ਦਸਵੰਧ ਕੱਢਣ ਵਾਲੇ ਹਮੇਸ਼ਾ ਸੁਖੀ ਰਹਿੰਦੇ ਨੇ, ਤੇ ਦਸਵੰਧ ਨਾ ਕੱਢਣ ਵਾਲੇ ਹਮੇਸ਼ਾ ਹੀ ਦੁਖੀ ਰਹਿੰਦੇ ਨੇ, ਗੁਰੂ ਦਾ ਧਨ ਰੱਖ ਲੈਂਦੇ। ਦਸਵੰਧ ਰੱਖ ਲੈਣਾ ਇੰਜ ਹੈ ਗੁਰੂ ਦੇ ਧਨ ਤੇ ਛਾਪਾ ਮਾਰਨਾ, ਇੰਨੀ ਮਾਰਸ ਕਰਦੇ। ਤੇ ਜਿਨੇ ਇਤਨੀਆਂ ਬਖਸ਼ਾਂ ਦਿੱਤੀਆਂ, ਅਗਰ ਕੁਛ ਵੀ ਨਾ ਦੇਵੇ ਤੇ ਫਿਰ ਕੀ ਆਦਮੀ ਕਰ ਸਕਦਾ ਹੈ। एक भी न दे 10 भी हर ले, तो मूड़ा को कहा करे। दरअसल भावें अध्यात्म विचार है ये, लेकिन ये बार मुखी भी बड़े सोहने ढंग नाल खोली जा सकती है, विचारी जा सकती है। तो सतगुरां ने एक निश्चित गल कर दी, स्पष्ट जो है गल कर दी। तो इस वास्ते सार किताबली दे करते ने भी लिख दी कि जो धर्म का हिस्सा नहीं ना कटदे, चोर ले जाता, अग की भेंट हो जाएगा, कोई होर हादसा हो जाएगा, किसी न किसी तरीके नाल उहदे कोल रहना नहीं है। धन के भागी 4 हैं, धर्म, चोर, निरप, आग। ते जद गुरमत की रोशनी विच मैं पढ़िया तो गुरु घर दे भी बचन मिल गए, जो बाबे के दाम न दे हैं, तिन ते गह बाबर के ले। जो धर्म हित दसवंध नहीं देंदे, कोई चोर, कोई डाकू बाबर वर्गा खो लेंदा है, नहीं रहिंदा, उन्हें नष्ट हो जाता है, बर्बाद हो जाता है। और सारी दुनिया दे ऐसा होंदा है, बंदा कहंदा मैं मेहनत नाल कमाया ते बर्बाद हो गया, चोर लै गया, अग दी भेंट हो गई, बीमारी ते खर्च हो गया। तो अनुभवी पुरुष कहंदे ने दसवंध तेरा नहीं सी, ते जद तू ढंग नाल नहीं खर्च कीता तो हुण बेढंगे तरीके नाल निकलेगा। तो धन के भागी 4 हैं, धर्म, चोर, निरप, आग। तो मैं अर्ज कर रहा सी, मनुख ने इस जीवन दे महल दे अंदर कदी जाती नहीं मारी, एक परम धन भी है। इस जीवन दे महल दे अंदर कदी प्रवेश नहीं किया, एक बहुत वड्डा सिंघासन भी है, जिस ते बैठ जाए इन्हों कोई ला नहीं सकता। ते महल ये परमात्मा ने हर एक नूं बख्शिश कीता है, बदकिस्मती ये दे अंदर प्रवेश कोई कोई करता है।
ਇਸੇ ਨੂੰ ਭਗਤ ਕਬੀਰ ਕਹਿੰਦੇ ਨੇ, ਇਸ ਗ੍ਰਹਿ ਮੈਂ ਹੈ ਸੋ ਤੂੰ ਢੂੰਡ ਖਾਏ, ਔਰ ਕਿਸੇ ਕੇ ਮਤ ਹੀ ਜਾਏ। ਦਰਅਸਲ ਜੋ ਸ਼ਬਦ ਹੈ ਇੱਥੇ ਕਬੀਰ ਦਾ, ਉੱਥੇ ਤੇ ਕੂਕਰ ਨੂੰ ਮੁਖਾਤਬ ਕੀਤਾ ਹੈ। ਸੁਰਹੂ ਕੀ ਜੈਸੀ ਤੇਰੀ ਚਾਲ, ਤੇਰੀ ਪੂਛ ऊपर चमक बाल, इस ग्रह में है सो तू ढूंढ खाए, और किसी के मत ही जाए। दरअसल एक बिरती साडे अंदर है जिन्हों कबीर ने कुत्ते नाल तशबीह ਦਿੱਤੀ है। ते कूकर दी जिहड़ी बिरती है आम गिणी गई है, वो द्वारे द्वार स्वान जो डोलत नै सुध राम भजन की। एक बूए ते दूजे बूए ते तीजे बूए ते इधर झात मार उधर झात मार, ते घर दे च कदी प्रवेश नहीं किया। घर दे अंदर उस परम धन नूं ते उस परम पद नूं कदी वेखिया नहीं। इस परम धन नूं किवें प्रगट करीदा है, अज सिर्फ इतनी विचार कल के, फिर कोई लड़ीवार विचार कल तो आरंभ करांगे। आज सिर्फ इतनी। और लफ्ज फिर चेते करा दें कि हर बंदे दे प्राणा दे अंदर जिहड़ी भुख है, धन दी है, धन दी नहीं है, परम धन दी। हर बंदे दे प्राणा च जिहड़ी प्यास है, पद दी है, पद दी नहीं, परम पद दी। हर बंदे दे अंदर जिहड़ी चौधरी बनन दी, सिंघासन प्राप्ति करन दी भुख है, इस सिंघासन ये नहीं, इत्थे ते लोकी ला छड्डदे ने, ਜਿਹੜੇ ਬਿਠਾਉਂਦੇ ਨੇ ਉਹ ਲਾ ਵੀ ਛੱਡਦੇ ਨੇ। ਪਰ ਉਹ ਸਿੰਘਾਸਣ ਹੈ ਮਨੁੱਖ ਆਪਣੀ ਸਾਧਨਾ ਨਾਲ ਤੇ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਕਰਦਾ ਹੈ, ਤੇ ਜਿਸ ਦਿਨ ਪ੍ਰਾਪਤ ਹੁੰਦਾ ਹੈ ਕੋਈ ਲਾ ਨਹੀਂ ਸਕਦਾ। ਤੇ ਜਿਸ ਦਿਨ ਉਹ ਧਨ ਮਿਲਦਾ ਹੈ, ਉਸ ਧਨ ਦੇ ਮਿਲਦਿਆਂ ਹੀ ਤ੍ਰਿਪਤੀ ਮਿਲਦੀ ਹੈ, ਉਸ ਤੋਂ ਪਹਿਲੇ ਨਹੀਂ। ਇੱਥੇ ਤੇ ਕਿਸੇ ਹੱਦ ਤੱਕ ਨਿਰਧਨ ਵੀ ਭੁੱਖੇ ਰਹਿ ਜਾਂਦੇ ਨੇ, ਧਨਵਾਨ ਵੀ ਭੁੱਖੇ ਰਹਿ ਜਾਂਦੇ, प्रजा भी भुखी रह जाती है, बड़े बड़े राजे महाराजे भी कंगाल ही रहते। जिस चीज़ दे मिलदियां बंदा बादशाहां दा बादशाह हो जाता है, वो वस्तु की है जिसनों बख्शे सिफत सलाह, नानक पातशाही पातशाह। ये जिहड़ा बादशाहां दा बादशाह बन जाता है सिफतो सलाह दे नाल, सवाल पैदा होंदा है प्राप्त की होंदा है, आखिर मिलदा की है। तो एक गाथा राही ते साहिबां दे एक वाक दे राही इस गल नूं इस वक्त स्पष्ट करना है। मिथिहास है, एक कथा है पुराणा दे कि दानव अपने ढंग नाल धन दी तलाश करते रहे ते देवते अपने ढंग नाल करते रहे, बई लभे। धन दी तलाश जन्म तो जीवन भर आदि काल तो जारी है। मनुख ने जमीन पुट्टी, पहाड़ पुट्टे ने, सागर दा सीना छानिया, किधरों तेल लभ्या, किधरों हीरे मोती लभे ने, किधरों सोना चांदी लभ्या, किधरों लोहा लभ्या, किधरों कोई होर सौगात लभी है। तलाश जारी है, खोज जारी है, लेकिन ये सारी खोज बाहर दी, और बाहर दी खोज बंदे नूं बाहर ही रख छड्दी। इहदा ये मतलब नहीं कि बाहरों कुछ लभना ही नहीं, लेकिन इसका ये मतलब भी नहीं कि अंदर झात ही नहीं मारनी, अंदर प्रवेश ही नहीं करना। दिन भर पंछी बाहर घूमदा है, उड़दा है, शाम नूं आलणे च आ जांदा है। दिन भर बंदा काम धंधा करता है ते इट्टां दे बने अपने घर मकान दे च आ जांदा है, लेकिन यकीन जानो बंदे दी सुरत अपने घर दे च नहीं आउंदी, बंदे दा मन अपने घर दे च नहीं आउंदा। तदी ते सतगुरु कहंदे ने, मेरे मन परदेसी वे प्यारे आओ घरे। मन दा ये घर नहीं जो इट्टां दा घर है, सानू मिलिया होया बनाया है, ये घर ये सिर्फ तन रह सकता है, मन नहीं। 4-5 दिन बंदे नूं किधरे उस मकान च रहना पै जाए तो उन्होंने आखिए तुम बाहर नहीं निकलना, इत्थे ही रह, ते 5वें दिन घर ही जेल प्रतीत हो, जिवें जेल दे च बैठे। कारण वो सिर्फ तन दे विश्राम वास्ते, मन दे विश्राम वास्ते नहीं।
ਉਹ ਸਿਰਫ ਤਨ ਦੀ ਥਕਾਵਟ ਦੂਰ ਕਰਨ ਵਾਸਤੇ ਹੈ, ਮਨ ਦੀ ਤਾਜ਼ਗੀ ਵਾਸਤੇ ਨਹੀਂ। ਉਹ ਕੋਈ ਲੱਭਦਾ ਹੈ ਘਰ, ਉਹਨੂੰ ਵੀ ਚਾਹੀਦਾ। ਤੇ ਇਸ ਜ਼ਿੰਦਗੀ ਦੇ ਵਿੱਚ ਮਨ ਪਰਦੇਸੀ ਰਹਿੰਦਾ ਹੈ, ਘਰ ਕਦੀ ਨਸੀਬ ਨਹੀਂ। ਔਰ ਜਨਮ ਦਰ ਜਨਮ, ਜੀਵਨ ਦਰ ਜੀਵਨ ਰਹਿ ਪਰਦੇਸ ਦੇ ਵਿੱਚ। ਪਰਦੇਸ ਤੋਂ ਮੁਰਾਦ ਘਰ ਦੇ ਬਾਹਰ ਹੀ ਰਹਿ। ਮਨ ਦਾ ਜਿਹੜਾ ਘਰ ਹੈ ਕੋਈ ਹੋਰ ਹੈ। ਉਹ ਬਹੁ ਖੰਡੀ ਜਿਹੜੀ ਕਾਇਆ ਹੈ, ਜਿਹਦੇ ਵਿੱਚ ਬਹੁਤ ਸਾਰੇ ਕਮਰੇ ਨੇ, ਦਰਅਸਲ ਇਹ ਮਨ ਦਾ ਘਰ ਹੈ। ਇਹਦੇ ਚ ਪ੍ਰਵੇਸ਼ ਕਰਦਿਆਂ ਹੀ ਕੋਈ ਦੌਲਤ ਲੱਭਦੀ ਹੈ, ਤੇ ਪ੍ਰਵੇਸ਼ ਹੋਇਆ ਨਹੀਂ ਸੁਰਤ ਦਾ ਕਦੀ ਅੰਦਰ। ਤੇ ਸੁਰਤ ਅੰਦਰ ਪ੍ਰਵੇਸ਼ ਕਰ ਸਕੇ ਸਾਧਨ ਸਿਰਫ ਸ਼ਬਦ ਹੈ, ਹੋਰ ਕੁਝ ਨਹੀਂ। ਸ਼ਬਦ ਦੇ ਜਾਪ ਨਾਲ ਬੰਦਾ ਅੰਦਰ ਪ੍ਰਵੇਸ਼ ਕਰੇਗਾ, ਹੋਰ ਕੋਈ ਜ਼ਰੀਆ ਨਹੀਂ ਹੈ। तो एक गाथा है, मैं थोड़े सामने रखा। साहिब गुरु अर्जन देव जी महाराज ने एक दिन अपने दर दे कीर्तनियां नूं परखना चाहया, जो साहिबां दी हजूरी च करदे सन कीर्तन। संगतां बड़ियां प्रसन्न, सतगुरुदेव जी महाराज बड़े प्रसन्न, और संगतां निछावर जान उन्हां कीर्तनियां तो ते गुरुदेव भी उन्हां दी रज के झोलियां भरन। ये कीर्तनीय सन सत्ता बरमंड, मरदाने दी अंश। कहंदे ने एक दिन सत्ते ने बेनती की थी गुरु अर्जन देव जी महाराज नूं, ते गुरु अज अपने कीर्तनियां नूं कसौटी ते परखण लगे। गुरु सिख नूं कसौटी ते परखदा वेखिए, ते कसौटी है ही इस वास्ते कि खोट निकल जाए, बस इन्नी गल। कसौटी कोई मार वास्ते, करोपी वास्ते नहीं है। कसौटी इस वास्ते कि खोट विचों निकल जाए। जैसे कसौटी ते कस के पता चल जाता है भी सोने च कुछ खोट है या शुद्ध है, ते कसौटी ते पै के पता चल जाता है। अगर मनुख अपने आप को पढ़न की कोशिश करे भी मैं सिख ते हाँ पर खोटा सिख हाँ, शुद्ध सिख नहीं, पवित्र नहीं। गुरु ने अज अंदरों ही कुछ कसौटी रख देती, सिर्फ इस वास्ते कि खोट कट दईए। सत्ता बेनती करदा है पातशाह, बच्चे जवान हो गई है, इहदा विआह करना है। तो सतगुरु कहंदे ने जरूर करना चाहिए, समाजिक कम है, अपने फर्ज की पूर्ति जरूर करनी चाहिए है। महाराज धन चाहिए, फिर साडे कोल धन नहीं, इतना बच्ची का विआह करना है। तो सतगुरु कहन लगे अच्छा हुण जिन्ना धन चाहिए मूहों बोल, उन्ना ही दे दे। बोल किन्ना चाहिए। रागी सिंघा ने कह दिता महाराज कल जिहड़ा चढ़ावा आ जाए बस उन्ना ही दे देना, उहदे नाल साडी बच्ची दा आनंद कारज हो जाना है। कल जिहड़ा थानू चढ़ावा आवे, जो जगत थानू भेंट करे, वो भेटा साडी होवे। सतगुरु कहन लगे प्रवान कबूल, पर तुसी अपने बचन ते पूरे रहना। रब दी नेत रात नू तूफान आया, ते सारी रात जोर दा मीह पैंदा रहा, ते अमृत वेले भी वो तूफान। संगत दे सिर्फ दो प्रेमी आए। हुण इस तरह का कोई विरला ही सी कि झक्कड़ झांगी मीहों वरसे, पिओ गुरु देखण जाए मौसम खराब हो, पाला कक्कर वरसे, तूफानी हवावां चलन, ते कोई आखे नहीं गुरु नू देखे बिना चैन नहीं, संगत विच जाए बिना चैन नहीं, संगत दे जाए बिना शांति नहीं। तो इस तरह दे दो आए। इंज कह लो ये तूफान समुची संगत वास्ते कसौटी से, और ये तूफान सत्ते ते ब्रह्मंड वास्ते भी कसौटी से। कीर्तन जरूर सता ते ब्रह्मंड कर रहे ने, पर अज दिल दी रबाब बिल्कुल बेसुरी सी।
ਬਿਲਕੁਲ ਬੇਸੁਰੀ। ਸਿਰਫ ਬਾਹਰ ਦੇ ਸਾਜ਼ ਸੁਰਦੇ ਸਨ, ਅੱਜ ਮਨ ਬੇਸੁਰਾ ਸੀ। ਤੇ ਸਤਿਗੁਰੂ ਨੂੰ ਵੀ ਪਤਾ ਚੱਲ ਗਿਆ ਕਿ ਸਾਜ਼ ਤੇ ਸੁਰ ਦੇ 'ਚ ਬੋਲਦੇ ਪਏ ਨੇ, ਜੀਵਨ ਸੁਰ ਦੇ 'ਚ ਨਹੀਂ ਬੋਲ ਰਿਹਾ, ਜ਼ਿੰਦਗੀ ਸੁਰ ਦੇ 'ਚ ਨਹੀਂ, ਬੇਸੁਰੀ ਹੈ ਅੱਜ। ਖੈਰ, ਕੀਰਤਨ ਦੀ ਸਮਾਪਤੀ ਤੋਂ ਬਾਅਦ ਗੁਰਦੇਵ ਨੇ 2 ਟਕੇ ਜੋ ਸੰਗਤਾਂ ਨੇ ਭੇਟ ਕੀਤੇ ਸੱਤੇ ਦੀ ਝੋਲੀ 'ਚ ਪਾਏ ਤੇ ਆਖਿਆ, ਗੁਰੂ ਭਲਾ ਕਰੇਗਾ, ਬਖਸ਼ਿਸ਼ ਕਰੇਗਾ, ਬਰਕਤਾਂ ਪਾਵੇ। ਤੇ ਜੇ ਕਿਧਰੇ ਗੱਲ ਸਮਝ ਜਾਂਦੇ, ਕਿਉਂਕਿ ਸਤਿਗੁਰ ਦੀ ਰਸਨਾ ਤੋਂ ਨਿਕਲਿਆ ਸੀ ਗੁਰੂ ਬਰਕਤਾਂ ਪਾਵੇ, ਗੱਲ ਤੇ ਬਹੁਤ ਵੱਡੀ ਸੀ, ਬਹੁਤ ਵੱਡੀ ਸੀ। ਪਰ ਕਸੌਟੀ ਤੇ ਪੂਰੇ ਨਾ ਉਤਰੇ। ਦੂਜੇ ਦਿਨ ਸਵੇਰੇ ਕੀਰਤਨ ਕਰਨ ਨਹੀਂ ਆਏ। ਜਾਣੀ ਜਾਣ ਸਤਿਗੁਰੂ ਦੇਵ ਜੀ ਨੇ ਭੇਜਿਆ ਮਨਾਉਣ ਵਾਸਤੇ ਭਾਈ ਗੁਰਦਾਸ ਨੂੰ। ਸਨਮਾਨ ਦੇਖੋ ਕੀਰਤਨੀਏ ਦਾ ਕਿਤਨਾ। ਇੱਕ ਪਹਿਲੂ ਉਹ ਵੀ ਹੈ ਕਿ ਉਹ ਕਸੌਟੀ ਤੇ ਪੂਰੇ ਨਹੀਂ ਉਤਰੇ, ਔਰ ਇੱਕ ਪਾਸੇ ਇਹ ਵੀ ਹੈ ਕਿ ਗੁਰੂ ਸਨਮਾਨ ਕਿਤਨਾ ਕਰ ਰਹੇ। ਭੇਜਿਆ ਭਾਈ ਗੁਰਦਾਸ ਜੀ ਨੂੰ, ਬਈ ਮਨਾ ਕੇ ਲਿਆਓ। ਗੁਰੂ ਘਰ ਦੇ ਵੇਦ ਵਿਆਸ ਮਹਾਨ ਪੰਡਿਤ ਆਲਮ ਦਾਰਸ਼ਨਿਕ ਭਾਈ ਗੁਰਦਾਸ ਜੀ ਇਸ ਵਾਸਤੇ ਭੇਜੇ ਗਏ ਕਿ ਆਪ ਦਲੀਲਬਾਜ਼ ਨੇ ਤੇ ਦਲੀਲਾਂ ਨਾਲ ਸਮਝਾ ਕੇ ਲਿਆਣਗੇ। ਭਾਈ ਸਾਹਿਬ ਨੂੰ ਬੈਠਣ ਵਾਸਤੇ ਥਾਂ ਨਹੀਂ ਦਿੱਤੀ। ਸਤਾ ਤੇ ਬ੍ਰਹਮੰਡ ਤੋਂ ਬੈਠੇ ਰਹੇ, ਭਾਈ ਜੀ ਖੜੇ ਰਹੇ। ਰੋਸ ਸੀ ਸਤੇ ਦੇ ਅੰਦਰ, ਬੜਾ ਗੁੱਸਾ ਸੀ। ਤੇ ਭਾਈ ਸਾਹਿਬ ਚੰਗੀਆਂ ਚੰਗੀਆਂ ਦਲੀਲਾਂ ਦਿੰਦੇ ਰਹੇ, ਬਈ ਗੁਰੂ ਬਰਕਤਾਂ ਪਾਵੇਗਾ, ਰਸਨਾ ਤੋਂ ਬਰਕਤ ਨਿਕਲ ਗਈ ਹੈ। ਤੇ ਬ੍ਰਹਮੰਡ ਬੋਲਿਆ, ਹਾਂ ਬਰਕਤ ਨਿਕਲੀ ਹੈ 2 ਟਕਿਆਂ ਦੀ। ਭਾਈ ਸਾਹਿਬ ਨੇ ਫਿਰ ਆਖਿਆ, ਤੁਹਾਨੂੰ ਪਤਾ ਨਹੀਂ ਗੁਰੂ ਦੀ ਬਰਕਤ ਅਗੰਮੇ ਹੀ ਆਉਂਦੀ ਹੈ। ਤੇ ਸਤਾ ਕਹਿਣ ਲੱਗਾ, ਹਾਂ ਅਗੰਮੇ ਹੀ ਆਉਂਦੀ ਹੈ, ਉਸ ਬਰਕਤ ਦੇ ਸਿਰਫ 2 ਟਕੇ ਨੇ, ਹੋਰ ਕੁਛ ਨਹੀਂ। ਫਿਰ ਭਾਈ ਸਾਹਿਬ ਕਹਿੰਦੇ ਨੇ, ਯਕੀਨ ਕਰੋ, ਵਿਸ਼ਵਾਸ ਕਰੋ, ਸਤਿਗੁਰੂ ਤੁਹਾਡੇ ਬੇੜੇ ਬੰਨੇ ਲਾਏਗਾ, ਤੁਹਾਡੇ ਕਾਰਜ ਨੂੰ ਸਫਲ ਕਰੇਗਾ। ਤੇ ਬ੍ਰਹਮੰਡ ਕਹਿੰਦਾ, ਹਾਂ ਸਫਲ ਕਰੇਗਾ, ਪਰ 2 ਟਕਿਆਂ ਨਾਲ ਨਹੀਂ ਸਫਲ ਹੁੰਦੇ। ਅਸੀਂ ਕੀਰਤਨ ਕਰਨ ਨਹੀਂ ਆਉਣਾ, ਕਿਸੇ ਕੀਮਤ ਤੇ ਨਹੀਂ ਆਉਣਾ। ਜਿੰਨੀਆਂ ਦਲੀਲਾਂ ਸਨ ਭਾਈ ਜੀ ਕੋਲ, ਇੰਜ ਕਹਿ ਲਓ ਜਿੰਨੇ ਤੀਰ ਹੈਗੇ ਸਨ ਉਹ ਸਾਰੇ ਚਲਾਏ ਭਾਈ ਜੀ ਨੇ, ਗੱਲ ਨਹੀਂ ਬਣੀ। ਤੇ ਜਦ ਵਾਪਸ ਆਏ ਤੇ ਸਤਿਗੁਰ ਕਹਿੰਦੇ ਨਹੀਂ ਮਨਾਇਆ। ਤੇ ਭਾਈ ਸਾਹਿਬ ਕਹਿਣ ਲੱਗੇ, ਮੈਂ ਨਹੀਂ ਮਨਾ ਸਕਿਆ ਮਹਾਰਾਜ, ਮੈਂ ਨਹੀਂ ਲਿਆ ਸਕਿਆ। ਬਹੁਤ ਦਲੀਲਾਂ ਦਿੱਤੀਆਂ, ਮੈਂ ਬਹੁਤ ਸਮਝਾਇਆ ਹੈ, ਪਰ ਗੱਲ ਨਹੀਂ ਬਣੀ। ਪਰ ਕੀਰਤਨੀਆਂ ਤੇ ਕੀਰਤਨ ਦਾ ਸਨਮਾਨ ਕਰਨ ਵਾਲੇ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਮਣੇ ਬੈਠੇ ਹੋਏ ਬਾਬੇ ਬੁੱਢੇ ਨੂੰ ਕਹਿਣ ਲੱਗੇ, ਬਾਬਾ ਜੀ ਤੁਸੀਂ ਜਾਓ। ਜੇ ਭਾਈ ਸਾਹਿਬ ਦੀਆਂ ਦਲੀਲਾਂ, ਜੇ ਭਾਈ ਸਾਹਿਬ ਦਾ ਗਿਆਨ, ਜੇ ਭਾਈ ਸਾਹਿਬ ਜੀ ਦੀ ਦਿੱਤੀ ਹੋਈ ਅਕਲ ਨਾਲ ਉਹ ਨਹੀਂ ਸਮਝੇ, ਤੇ ਬਾਬਾ ਜੀ ਤੁਸੀਂ ਜਾਓ, ਆਪਣੀ ਹਲੇਮੀ ਨਾਲ, ਨਿਰਮਾਣਤਾ ਨਾਲ, ਪਿਆਰ ਨਾਲ ਤੁਸੀਂ ਲੈ ਕੇ ਆਓ। ਤੁਸੀਂ 80-85 ਸਾਲਾਂ ਦੇ ਬਿਰਧ ਬਾਬਾ ਬੁੱਢਾ ਜੀ ਗੁਰੂ ਕੇ ਕੀਰਤਨੀਆਂ ਨੂੰ ਮਨਾਉਣ ਚਲੇ ਨੇ। ਇੱਕ ਪਹਿਲੂ ਨਾ ਲੈਣਾ, ਦੂਜਾ ਪਹਿਲੂ ਵੀ ਲੈਣਾ, ਮਨਾਉਣ ਚਲੇ ਨੇ। ਨਿੱਕੀ ਨਿੱਕੀ ਜਿਹੀ ਗੱਲ ਤੇ ਮੈਂ ਤੇ ਦੇਖਦਾ ਕਈ ਦਫਾ ਗੁਰੂ ਦੇ ਕੀਰਤਨੀਆਂ ਨਾਲ ਲੋਕੀ ਢੰਗ ਨਾਲ ਪੇਸ਼ ਨਹੀਂ ਆਉਂਦੇ। ਇੱਕ ਇਹ ਪਹਿਲੂ ਵੀ ਲੈਣਾ। ਬਾਬੇ ਜੀ ਨੇ ਜਾ ਕੇ ਬੜੀ ਹਲੇਮ ਤਬੀਅਤ ਨਾਲ, ਨਿਰਮਾਣ ਤਬੀਅਤ ਨਾਲ, ਮਿੱਠੇ ਬੋਲਾਂ ਨਾਲ ਔਰ ਪਿੱਠ ਤੇ ਹੱਥ ਰੱਖ ਕੇ, ਜਿਵੇਂ ਬਾਪੂ ਆਪਣੇ ਬੱਚਿਆਂ ਦੇ ਪਿੱਠ ਤੇ ਹੱਥ ਰੱਖਦਾ ਹੈ, ਇਸ ਤਰ੍ਹਾਂ ਸਮਝਾਇਆ। ਚਲੋ
ਉਠਾਉਣ ਦੀ ਕੋਸ਼ਿਸ਼ ਵੀ ਕੀਤੀ, ਨਹੀਂ ਉੱਠੇ। ਤੇ ਬਾਬਾ ਜੀ ਨੂੰ ਵੀ ਬੈਠਣ ਦੀ ਥਾਂ ਨਾ ਦਿੱਤੀ ਤੇ ਸਾਫ਼ ਕਹਿ ਦਿੱਤਾ, ਬਾਬਾ ਜੀ ਉਸ ਦਰਬਾਰ ਦੇ 'ਚ ਅਸੀਂ ਕੀਰਤਨ ਨਹੀਂ ਕਰਨਾ ਜਿਸ ਦਰਬਾਰ ਦੇ ਸਿਰਫ 2 ਹੀ ਟਕੇ ਨੇ ਸਾਡੇ ਵਾਸਤੇ।